ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ YouTube ਚੈਨਲ GPS ਮਾਣੀ ਖੇੜਾ ਤੇ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਵੀਂ ਸ਼੍ਰੇਣੀ ਦੇ ਗਣਿਤ ਵਿਸ਼ੇ ਦੇ ਤੀਸਰੇ ਚੈਪਟਰ ਦੇ 6ਵੇਂ ਭਾਗ ਦੀ। ਤਾਂ 6ਵੇਂ ਭਾਗ ਦੇ ਵਿੱਚ ਆਪਾਂ ਜਿਹਦੇ ਬਾਰੇ ਗੱਲ ਕਰਾਂਗੇ ਉਹ ਟੌਪਿਕ ਹੈ ਆਪਣਾ LCM ਤੋਂ ਭਾਵ ਲੋਐਸਟ ਕਾਮਨ ਮਲਟੀਪਲਸ। ਤਾਂ ਇਸ ਤੋਂ ਜਿਹੜੇ ਪਹਿਲਾਂ ਵਾਲੇ ਭਾਗ ਆਪਾਂ ਕੀਤੇ ਹਨ, ਜਿਵੇਂ ਕਿ ਚੌਥਾ ਪੰਜਵਾਂ ਭਾਗ ਕੀਤਾ ਹੈ, ਤਾਂ ਉਹਨਾਂ ਭਾਗਾਂ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ HCF ਬਾਰੇ, ਹਾਈਐਸਟ ਕਾਮਨ ਫੈਕਟਰ ਬਾਰੇ। ਤਾਂ ਅੱਜ ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਲੋਐਸਟ ਕਾਮਨ ਮਲਟੀਪਲ ਬਾਰੇ, ਬਾਰੇ, LCM ਬਾਰੇ। ਤਾਂ ਜਿਵੇਂ ਆਪਾਂ ਦੇਖੋ ਜਦੋਂ HCF ਕੱਢਿਆ ਸੀ ਤਾਂ HCF ਕੱਢਣ ਦੀਆਂ ਜਿਹੜੀਆਂ ਸੀ ਉਹ ਆਪਾਂ ਨੂੰ 3 ਵਿਧੀਆਂ ਸੀ ਆਪਣੇ ਕੋਲੇ। ਉਸੇ ਤਰੀਕੇ ਨਾਲ LCM ਕੱਢਣ ਦੀਆਂ ਵੀ ਆਪਣੇ ਕੋਲੇ ਕਿੰਨੀਆਂ ਵਿਧੀਆਂ ਹਨ? 3 ਵਿਧੀਆਂ ਹਨ। ਤਾਂ ਜਿਹੜੀ ਪਹਿਲੀ ਵਿਧੀ ਹੈ, ਦੇਖੋ ਧਿਆਨ ਨਾਲ, ਉਹ ਹੈ ਗੁਣਜ ਵਿਧੀ, ਜਿਸ ਨੂੰ ਇੰਗਲਿਸ਼ ਦੇ ਵਿੱਚ ਮਲਟੀਪਲਸ ਮੈਥਡ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਦੇਖੋ ਸੈਕਿੰਡ ਜਿਹੜੀ ਵਿਧੀ ਹੈ ਉਹ ਹੈ ਅਭਾਜ ਗੁਣਨਖੰਡ ਵਿਧੀ, ਯਾਨੀ ਕਿ ਪ੍ਰਾਈਮ ਫੈਕਟਰ ਮੈਥਡ। ਅਤੇ ਜਿਹੜੀ ਤੀਸਰੀ ਵਿਧੀ ਹੈ ਉਹ ਹੈ ਭਾਗ ਵਿਧੀ, ਜਿਹਨੂੰ ਆਪਾਂ ਡਿਵੀਜ਼ਨ ਮੈਥਡ ਕਹਿੰਦੇ ਹਾਂ। ਤਾਂ ਅਗਰ ਆਪਾਂ HCF ਅਤੇ LCM ਦੇ ਵਿੱਚ ਕੰਪੈਰੀਜ਼ਨ ਕਰੀਏ, ਉਹਨਾਂ ਦੀ ਤੁਲਨਾ ਕਰੀਏ, ਤਾਂ ਤੁਸੀਂ ਦੇਖੋਗੇ ਕਿ ਜਿਹੜੀਆਂ ਦੂਸਰੇ ਨੰਬਰ ਅਤੇ ਤੀਸਰੇ ਨੰਬਰ ਵਾਲੀ ਜਿਹੜੀ ਵਿਧੀ ਹੈ ਉਹਨਾਂ ਦੇ ਨਾਂ ਇੱਕੋ ਜਿਹੇ ਹੈ, ਪਰ ਜਿਹੜੀ ਪਹਿਲੀ ਵਿਧੀ ਹੈ ਉਹਨਾਂ ਦੇ ਉਸ ਦੇ ਨਾਂ ਦੇ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਆਇਆ ਹੈ। HCF ਦੇ ਵਿੱਚ ਜਿਹੜੀ ਪਹਿਲੀ ਵਿਧੀ ਸੀ ਉਹਦਾ ਨਾਂ ਸੀ ਗੁਣਨਖੰਡ ਵਿਧੀ, ਅਤੇ LCM ਦੀ ਜਿਹੜੀ ਪਹਿਲੀ ਵਿਧੀ ਹੈ ਉਸ ਦਾ ਨਾਂ ਹੈ ਗੁਣਜ ਵਿਧੀ। ਤਾਂ ਆਪਾਂ ਨੂੰ ਇਹ ਗੱਲ ਪਤਾ ਹੀ ਹੈ ਕਿ ਜਿਹੜਾ HCF ਹੈ, ਜਿਸ ਦੀ ਫੁੱਲ ਫੋਰਮ ਹਾਈਐਸਟ ਕਾਮਨ ਫੈਕਟਰ ਯਾਨੀ ਕਿ ਗੁਣਨਖੰਡਾਂ 'ਤੇ ਆਧਾਰਿਤ ਵਿਧੀ ਹੈ ਉਹ, ਅਤੇ ਜਿਹੜੀ LCM ਹੈ, LCM ਤੋਂ ਭਾਵ ਆਪਾਂ ਲੈਂਦੇ ਹਾਂ ਮਲਟੀਪਲਸ ਤੋਂ ਲੈਂਦੇ ਹਾਂ। ਤਾਂ ਨੈਚੁਰਲੀ ਗੱਲ ਹੈ ਕਿ ਇਹ ਜਿਹੜੀ ਪਹਿਲੀ ਵਿਧੀ ਹੈ ਇਸ ਦੀ ਉਹ ਗੁਣਨਖੰਡ ਨਾ ਹੋ ਕੇ ਗੁਣਜ ਵਿਧੀ ਆਪਾਂ ਪੜ੍ਹਾਂਗੇ, ਮਲਟੀਪਲਸ ਮੈਥਡ। ਤਾਂ ਗੁਣਜ ਵਿਧੀ ਅੱਜ ਆਪਾਂ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਗੁਣਜ ਵਿਧੀ ਕਰਾਂਗੇ। ਦੇਖੋ ਗੁਣਜ ਵਿਧੀ ਦੇ ਵਿੱਚ ਆਪਾਂ ਲਸਵ ਜਿਹੜਾ ਹੈ ਉਸ ਨੂੰ ਪਤਾ ਕਰਨਾ ਹੈ, LCM ਨੂੰ ਪਤਾ ਕਰਨਾ ਹੈ। ਤਾਂ ਗੁਣਜ ਵਿਧੀ ਨਾਲ ਆਪਾਂ ਲਸਵ ਕਿਸ ਤਰ੍ਹਾਂ ਪਤਾ ਕਰ ਸਕਦੇ ਹਾਂ, ਚਲੋ ਦੇਖਦੇ ਹਾਂ। ਤਾਂ ਇਹ ਹੈ ਆਪਣੀ ਪਹਿਲੀ ਉਦਾਹਰਨ, ਪਹਿਲੀ ਐਗਜ਼ਾਮਪਲ, ਜਿਸ ਦੀ ਮਦਦ ਨਾਲ ਆਪਾਂ ਗੁਣਜ ਵਿਧੀ ਨੂੰ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਗੁਣਜ ਵਿਧੀ ਨਾਲ ਆਪਾਂ LCM ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਦੇਖੋ ਗੁਣਜਾਂ ਬਾਰੇ ਤੁਸੀਂ ਪਹਿਲਾਂ ਹੀ ਬਹੁਤ ਆਪਾਂ ਪੜ੍ਹ ਚੁੱਕੇ ਹਾਂ, ਗੁਣਜ ਗੁਣਨਖੰਡਾਂ ਬਾਰੇ ਆਪਾਂ ਜਾਣੂ ਹਾਂ। ਤਾਂ ਦੇਖੋ 4 ਅਤੇ 6 ਦੇ ਜਿਹੜੇ ਹੈ, ਜਦੋਂ HCF ਪਤਾ ਕੀਤਾ ਸੀ ਤਾਂ ਆਪਾਂ ਗੁਣਨਖੰਡ ਬਣਾਏ ਸੀ, ਅਤੇ ਹੁਣ ਆਪਾਂ ਕੀ ਕਰਾਂਗੇ, ਇਹਨਾਂ ਦੇ ਗੁਣਜ ਲਵਾਂਗੇ। ਤਾਂ ਦੇਖੋ ਜੇਕਰ ਮੈਂ ਕਹਾਂ ਕਿ 4 ਦੇ ਗੁਣਜ ਕੀ ਹੋਣਗੇ ਅਤੇ 6 ਦੇ ਗੁਣਜ ਕੀ ਹੋਣਗੇ, ਤਾਂ ਗੁਣਜ ਵੀ ਜਦੋਂ ਵੀ ਆਪਾਂ ਪਤਾ ਕਰਦੇ ਹਾਂ ਤਾਂ ਆਪਾਂ ਉਸ ਸੰਖਿਆ ਦਾ ਪਹਾੜਾ ਲਿਖਦੇ ਹਾਂ, ਯਾਨੀ ਕਿ ਉਸ ਸੰਖਿਆ ਨੂੰ ਪ੍ਰਕਿਰਤਿਕ ਸੰਖਿਆਵਾਂ ਨਾਲ ਗੁਣਾ ਕਰਦੇ ਹਾਂ। ਤਾਂ ਗੁਣਾ ਕਰਕੇ ਆਪਾਂ ਜਿਹੜੇ ਹੈ ਕਿਸੇ ਵੀ ਸੰਖਿਆ ਦੇ ਗੁਣਜ ਪ੍ਰਾਪਤ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਦੇਖੋ ਆਪਾਂ 4 ਦੇ ਗੁਣਜ ਪ੍ਰਾਪਤ ਕਰਦੇ ਹਾਂ। ਜਿਵੇਂ 4 × 4, 4 ਦੂਣੀ 8, 4 ਤੀਏ 12, 4 ਚੌਕੇ 16, 4 5 20, ਫਿਰ 24 ਹੈ, ਫਿਰ 28। ਇਸੇ ਤਰੀਕੇ ਨਾਲ ਅੱਗੇ ਇਹ ਜਿਹੜੇ ਗੁਣਜ ਹੈ ਉਹ ਅਨੰਤ ਹਨ, ਚੱਲਦੇ ਜਾਣਗੇ। ਕਿਸੇ ਵੀ ਸੰਖਿਆ ਨੂੰ ਅਗਰ ਆਪਾਂ 4 ਨਾਲ ਗੁਣਾ ਕਰਾਂਗੇ ਤਾਂ ਉਹ ਉਸ ਦਾ 19ਵਾਂ ਗੁਣਜ ਆ ਜਾਏਗਾ। ਉਸੇ ਤਰੀਕੇ ਨਾਲ 6 ਦੇ ਗੁਣਜ ਦੇਖੋ, ਆਪਾਂ ਪਹਿਲੇ 5-7 ਗੁਣਜ ਲੈਣੇ ਹੁੰਦੇ ਆ। ਆਪਣਾ ਜਿਹੜਾ ਕੁਐਸਚਨ ਹੈ ਉਹ ਪਹਿਲੇ 5-7 ਗੁਣਜਾਂ ਦੇ ਉੱਤੇ ਆਧਾਰਿਤ ਹੁੰਦਾ ਹੈ। ਤਾਂ ਦੇਖੋ ਅਗਲਾ ਜਿਹੜਾ ਆਪਣਾ ਸੰਖਿਆ ਹੈ, ਅਗਲੀ ਸੰਖਿਆ ਆਪਣੀ 6 ਹੈ। 6 ਦੇ ਗੁਣਜ ਲਵਾਂਗੇ ਤਾਂ 1 6 6, 2 6 12, 3 6 18, 4 6 24, 5 6 30, 6 6 36, 7 6 42, 8 6 48। ਚਲੋ ਬਸ ਬਹੁਤ ਹੈ, ਇੰਨੇ ਬਹੁਤ ਹੈ। ਤਾਂ ਹੁਣ ਦੇਖੋ ਜਿਵੇਂ ਕਿ ਇਸ ਦੇ ਨਾਮ ਨੂੰ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ, ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਦਾ ਨਾਂ ਜਿਹੜਾ ਹੈ, ਇਸ ਦੀ ਜਿਹੜੀ ਫੁੱਲ ਫੋਰਮ ਹੈ ਉਹ ਕੀ ਕਹਿਣਾ ਚਾਹ ਰਹੀ ਹੈ ਆਪਾਂ ਨੂੰ। ਤਾਂ ਦੇਖੋ ਲੋਐਸਟ ਤੋਂ ਭਾਵ ਹੈ ਛੋਟੇ ਤੋਂ ਛੋਟਾ, ਠੀਕ ਹੈ। ਕਾਮਨ ਦਾ ਕੀ ਮਤਲਬ ਹੈ? ਸਾਂਝਾ। ਤੇ ਮਲਟੀਪਲ ਦਾ ਮਤਲਬ ਹੈ ਗੁਣਜ। ਤਾਂ ਆਪਾਂ ਜਿਹੜੀਆਂ ਵੀ ਆਪਣੇ ਕੋਲੇ ਸੰਖਿਆਵਾਂ ਹਨ ਉਹਦੇ ਵਿੱਚੋਂ ਆਪਾਂ ਛੋਟੇ ਤੋਂ ਛੋਟਾ ਗੁਣਜ ਲੈਣਾ ਹੈ। ਛੋਟੇ ਤੋਂ ਛੋਟਾ ਕੀ ਲੈਣਾ ਹੈ? ਗੁਣਜ। ਪਰ ਉਹ ਸਾਂਝਾ ਹੋਵੇ। ਸਾਂਝੇ ਤੋਂ ਭਾਵ ਹੈ ਉਹ ਇਸ ਦੇ ਵਿੱਚ ਵੀ ਆਉਂਦਾ ਹੋਵੇ ਅਤੇ ਇਸ ਸੰਖਿਆ ਦੇ ਵਿੱਚ ਵੀ ਆਉਂਦਾ ਹੋਵੇ, ਤਾਂ ਸੇਮ ਹੋਵੇ, ਉਹ ਸੰਖਿਆ ਸੇਮ ਹੋਵੇ। ਤਾਂ ਦੇਖੋ ਪਹਿਲਾਂ ਆਪਾਂ ਇਹਨਾਂ ਦੀ ਮੈਚਿੰਗ ਕਰਦੇ ਹਾਂ, ਦੇਖਦੇ ਹਾਂ ਕਿ ਕਿਹੜੇ ਇਹੋ ਜਿਹੇ ਗੁਣਜ ਹਨ ਜਿਹੜੇ ਆਪਸ 'ਚ ਮਿਲਦੇ ਹਨ। ਤਾਂ ਦੇਖੋ 4 ਦੇ ਗੁਣਜ ਕਿਹੜੇ ਹਨ? 4 8 12 ਅੱਗੇ ਜਿਹੜੇ ਵੀ ਨੇ। ਤਾਂ ਮੈਚਿੰਗ ਕਿਹੜੇ ਕਰ ਰਹੇ? ਦੇਖੋ 4 ਇੱਧਰ ਹੈ, 4 6 ਦਾ ਗੁਣਜ ਨਹੀਂ ਹੈ। 8 ਜਿਹੜਾ ਹੈ ਉਹ 4 ਦਾ ਗੁਣਜ ਹੈ, 6 ਦਾ ਗੁਣਜ ਨਹੀਂ ਹੈ। 12 ਦੇਖੋ 12 4 ਦਾ ਵੀ ਗੁਣਜ ਹੈ,
ਤੇ 12 6 ਦਾ ਵੀ ਗੁਣਜ ਹੈ। ਤਾਂ ਜਿਹੜਾ 12 ਹੈ ਉਹ ਇਹਨਾਂ ਦੇ ਵਿੱਚੋਂ ਸਾਂਝਾ ਗੁਣਜ ਹੈ। ਤਾਂ ਸਾਂਝੇ ਗੁਣਜ ਆਪਾਂ ਜੇਕਰ ਕਹੀਏ ਤਾਂ ਸਾਂਝੇ ਗੁਣਜ, ਤਾਂ ਪਹਿਲਾ ਜਿਹੜਾ ਸਾਂਝਾ ਗੁਣਜ ਹੈ ਉਹ ਕਿਹੜਾ ਹੈ 12। ਉਸ ਤੋਂ ਬਾਅਦ ਵੀ ਦੇਖੋ ਅੱਗੇ ਬਹੁਤ ਸਾਰੇ ਇਹੋ ਜਿਹੇ ਗੁਣਜ ਹੋਣਗੇ ਜਿਹੜੇ ਸਾਂਝੇ ਹੋਣਗੇ, ਆਪਾਂ ਸਾਰੇ ਨਹੀਂ ਲਏ। ਤਾਂ ਦੇਖਦੇ ਹਾਂ 16 16 ਇੱਧਰ ਹੈ ਨਹੀਂ, 20 20 ਇੱਧਰ ਹੈ ਨਹੀਂ, 24 24 ਇੱਧਰ ਹੈਗਾ। ਤਾਂ 24 ਜਿਹੜਾ ਹੈ ਉਹ ਇਸ ਦਾ ਸਾਂਝਾ ਗੁਣਜ ਹੈ। ਤਾਂ ਅੱਗੇ ਵੀ ਇਸ ਤਰੀਕੇ ਨਾਲ ਆਪਾਂ ਸਾਂਝੇ ਗੁਣਜ ਲੱਭ ਸਕਦੇ ਹਾਂ। ਤਾਂ ਇੱਥੋਂ ਆਪਾਂ ਨੂੰ ਆਈਡੀਆ ਹੋ ਜਾਂਦਾ ਹੈ ਕਿ ਇਸ ਦੇ ਸਾਂਝੇ ਗੁਣਜ ਅਗਲੇ ਕਿਹੜੇ ਹੋਣਗੇ। ਦੇਖੋ ਪਹਿਲਾ 12 ਹੈ, ਦੂਜਾ 24 ਹੈ। ਇਟ ਮੀਨਸ ਇਸ ਦਾ ਜਿਹੜਾ ਅਗਲਾ ਸਾਂਝਾ ਗੁਣਜ ਹੋਏਗਾ ਉਹ ਹੋਏਗਾ 12 1 12, ਬਰਦ ਨੂੰ 24, 12 ਤੀਆ 36। ਤੇ ਉਸ ਤੋਂ ਅਗਲਾ ਸਾਂਝਾ ਜਿਹੜਾ ਗੁਣਜ ਹੋਏਗਾ ਉਹ 48 ਹੋਏਗਾ। ਪਰ ਆਪਾਂ ਉਸ ਤੱਕ ਨਹੀਂ ਜਾਣਾ। ਆਪਾਂ ਕੀ ਕਰਨਾ ਹੈ, ਤੁਸੀਂ ਇਸ ਚੀਜ਼ ਨੂੰ ਧਿਆਨ ਨਾਲ ਦੇਖੋ, ਛੋਟੇ ਤੋਂ ਛੋਟਾ ਸਾਂਝਾ ਗੁਣਜ। ਤਾਂ ਜਿਹੜੇ ਵੀ ਸਾਂਝੇ ਗੁਣਜ ਆਪਣੇ ਕੋਲੇ ਆਏ ਹਨ ਉਹਨਾਂ ਦੇ ਵਿੱਚੋਂ ਦੇਖੋ ਸਭ ਤੋਂ ਛੋਟਾ ਕਿਹੜਾ ਗੁਣਜ ਹੈ। ਤਾਂ ਸਭ ਤੋਂ ਛੋਟਾ ਗੁਣਜ ਜਿਹੜਾ ਹੈ ਉਹ 12 ਹੈ। ਤਾਂ ਆਪਾਂ ਨੂੰ ਸਿਰਫ ਪਹਿਲਾ ਹੀ ਗੁਣਜ ਚਾਹੀਦਾ ਹੁੰਦਾ ਹੈ, ਕਿਉਂਕਿ ਕਿਸੇ ਵੀ ਜੋ ਵੀ ਸੰਖਿਆਵਾਂ ਹੋਣਗੀਆਂ ਉਹਨਾਂ ਦਾ ਜਿਹੜਾ ਪਹਿਲਾ ਗੁਣਜ ਹੋਏਗਾ ਉਹੀ ਸਭ ਤੋਂ ਛੋਟਾ ਕੀ ਹੋਊਗਾ, ਉਹ ਗੁਣਜ ਹੋਊਗਾ ਉਹਨਾਂ ਦਾ ਸਾਂਝਾ ਗੁਣਜ। ਤਾਂ ਜਿਹੜਾ 12 ਹੈ ਉਹ ਦੋਵਾਂ ਦੇ ਵਿੱਚ ਸਾਂਝਾ ਹੈ ਤੇ ਛੋਟੇ ਤੋਂ ਛੋਟਾ ਹੈ, ਮਤਲਬ ਸਭ ਤੋਂ ਛੋਟਾ ਹੈ। ਤਾਂ ਆਪਣਾ ਜਿਹੜਾ ਐਲਸੀਐਮ ਰਹੇਗਾ ਉਹ ਕੀ ਰਹੇਗਾ, ਤਾਂ ਆਪਣਾ ਐਲਸੀਐਮ ਰਹੇਗਾ 12। ਤਾਂ ਇਹ ਸੀ ਗੁਣਜ ਵਿਧੀ ਦੇ ਨਾਲ ਆਪਾਂ ਐਲਸੀਐਮ ਪਤਾ ਕੀਤਾ ਹੈ ਦੋ ਸੰਖਿਆਵਾਂ ਦਾ। ਇਸ ਤੋਂ ਬਾਅਦ ਇੱਕ ਐਗਜ਼ਾਮਪਲ ਆਪਾਂ 3 ਸੰਖਿਆਵਾਂ ਦੀ ਲੈਂਦੇ ਹਾਂ। ਤਾਂ 3 ਸੰਖਿਆਵਾਂ ਦਾ ਐਲਸੀਐਮ ਦੇਖੋ ਗੁਣਜ ਵਿਧੀ ਨਾਲ ਕਿਸ ਤਰ੍ਹਾਂ ਪਤਾ ਕਰਾਂਗੇ। ਉਸੇ ਤਰੀਕੇ ਨਾਲ ਆਪਾਂ ਸਭ ਤੋਂ ਪਹਿਲਾਂ 3 ਦੇ ਗੁਣਜ ਲਿਖਾਂਗੇ। 1 ਤੀਆ ਤੀਆ, 2 ਤੀਏ 6, 3 ਤੀਏ 9, 4 ਤੀਏ 12, 5 ਤੀਏ 15, 6 ਤੀਏ 18। ਇੰਨਾ ਬਹੁਤ ਹੈ 6 ਤੱਕ। ਆਪਾਂ ਨੂੰ ਪਹਿਲਾ ਗੁਣਜ ਲੱਭ ਜਾਏਗਾ, ਕਿਉਂਕਿ ਜਿਹੜਾ ਪਹਿਲਾ ਗੁਣਜ ਹੈ ਉਹੀ ਛੋਟਾ ਹੁੰਦਾ ਹੈ ਤੇ ਉਹੀ ਆਪਣਾ ਐਲਸੀਐਮ ਹੋਏਗਾ। ਤਾਂ ਅੱਗੇ ਆਪਾਂ ਡੈਸ਼ 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 ਲਗਾ ਦਾਂਗੇ ਤੇ ਗੁਣਜ ਅੱਗੇ ਚੱਲਦੇ ਜਾਣਗੇ। ਉਸ ਤੋਂ ਬਾਅਦ 6 ਦੇ ਗੁਣਜ ਦੇਖੋ, 1 ਛਿੱਕਾ ਛਿੱਕਾ, 2 ਛਿੱਕੇ 12, 3 ਛਿੱਕੇ 18, 4 ਛਿੱਕਾ 24, 5 ਛਿੱਕਾ 30, ਛਿਕਮ ਛਿਕਮ 36। ਚਲੋ ਜੀ। ਉਸ ਤੋਂ ਬਾਅਦ ਦੇਖੋ 9 ਦੇ ਜਿਹੜੇ ਹੈ ਉਹ ਕੀ ਗੁਣਜ ਹੋਣਗੇ। ਤਾਂ 1 9 9 2 9 18, 3 9 27, 4 9 36, 5 9 45। ਬਸ ਬਹੁਤ ਹੈ, ਠੀਕ ਹੈ ਜੀ। ਤਾਂ ਜਿਹੜਾ ਆਪਣੇ ਕੋਲੇ ਸਾਂਝਾ ਗੁਣਜ ਆ ਗਿਆ ਜਾਂ ਸਾਂਝੇ ਆਪਾਂ ਗੁਣਜ ਦੇਖੀਏ ਤਾਂ ਦੇਖੋ ਕਿਹੜੇ ਹੋਣਗੇ। ਤਾਂ ਸਭ ਤੋਂ ਪਹਿਲਾਂ ਦੇਖੋ 3 ਦੇ ਵਿੱਚ 3 ਸਿਰਫ ਇਹਦੇ ਵਿੱਚ ਹੈ। 6 ਜਿਹੜਾ ਹੈ ਉਹ 3 ਦਾ ਗੁਣਜ ਹੈ, 6 ਦਾ ਵੀ ਹੈ ਪਰ 9 ਦਾ ਗੁਣਜ ਨਹੀਂ ਹੈ। ਉਸ ਤੋਂ ਬਾਅਦ 9 ਨੂੰ ਦੇਖੋ, 9 ਜਿਹੜਾ ਹੈ ਉਹ 3 ਦਾ ਗੁਣਜ ਹੈ, 6 ਦਾ ਗੁਣਜ ਨਹੀਂ ਹੈ ਪਰ 9 9 ਦਾ ਗੁਣਜ ਹੈ। ਉਸ ਤੋਂ ਬਾਅਦ 12 ਦੇਖੋ, 12 3 ਦਾ ਵੀ ਗੁਣਜ ਹੈ, 6 ਦਾ ਵੀ ਗੁਣਜ ਹੈ ਪਰ 9 ਦਾ ਗੁਣਜ ਨਹੀਂ ਹੈ। ਉਸ ਤੋਂ ਬਾਅਦ 15 ਨੂੰ ਦੇਖੋ, 15 ਜਿਹੜਾ ਹੈ ਉਹ ਸਿਰਫ 3 ਦਾ ਹੀ ਗੁਣਜ ਹੈ। ਉਸ ਤੋਂ ਬਾਅਦ 18 ਦੀ ਗੱਲ ਕਰੀਏ ਆਪਾਂ ਤਾਂ 18 ਦੇਖੋ 3 ਦਾ ਵੀ ਗੁਣਜ ਹੈ, 6 ਦਾ ਵੀ ਗੁਣਜ ਹੈ, 6 ਦੇ ਪਹਾੜੇ ਤੇ ਵੀ ਆਉਂਦਾ ਹੈ ਤੇ 9 ਦੇ ਪਹਾੜੇ ਤੇ ਵੀ 18 ਆਉਂਦਾ ਹੈ। ਤਾਂ 18 ਜਿਹੜੀ ਹੈ ਉਹ ਪਹਿਲੀ ਸੰਖਿਆ ਹੈ ਜਿਹੜੀ ਇਹਨਾਂ 3 ਸੰਖਿਆਵਾਂ ਦਾ ਗੁਣਜ ਹੈ, ਪਹਿਲੀ ਛੋਟੀ ਸੰਖਿਆ। ਤਾਂ ਸਾਂਝੇ ਗੁਣਜ ਕਿਹੜੇ ਹੋ ਗਏ, ਇੱਕ 18 ਹੈ ਤੇ ਇਸ ਤੋਂ ਬਾਅਦ ਜਿਹੜਾ ਹੋਵੇਗਾ ਉਹ ਕਿਹੜਾ ਹੋਵੇਗਾ, ਇਸ ਤੋਂ ਅਗਲਾ 18 ਦੂਣਾ 36। ਤਾਂ ਅਗਲਾ ਜਿਹੜਾ ਸਾਂਝਾ ਗੁਣਜ ਹੋਏਗਾ, ਇੱਧਰ ਦੇਖੋ, ਇੱਧਰ 36 ਤੱਕ ਜਾਏਗਾ ਨਾ। ਜਦੋਂ ਇੱਧਰ 36 ਆਏਗਾ, ਇਹਦੇ 6 ਦੇ ਪਹਾੜੇ ਤੇ ਵੀ 36 ਹੈ ਤੇ 9 ਦੇ ਪਹਾੜੇ ਤੇ ਵੀ 36 ਆਉਂਦਾ ਹੈ। ਤਾਂ ਅਗਲਾ ਸਾਂਝਾ ਗੁਣਜ ਹੈ ਉਹ ਕੀ ਹੋਊਗਾ, 36 ਹੋਊ। ਤਾਂ ਆਪਾਂ ਨੂੰ ਸਿਰਫ ਪਹਿਲਾ ਗੁਣਜ ਚਾਹੀਦਾ ਹੈ, ਤਾਂ ਇਸ ਲਈ ਆਪਾਂ ਕੀ ਕਰਾਂਗੇ, 36 ਨੂੰ ਦੇਖਣ ਦੀ ਜ਼ਰੂਰਤ ਨਹੀਂ ਰਹੇਗੀ ਆਪਾਂ ਨੂੰ। ਤਾਂ ਐਲਸੀਐਮ ਜਿਹੜਾ ਆਪਣਾ ਰਹੇਗਾ ਉਹ ਕੀ ਰਹੇਗਾ, ਤਾਂ ਪਹਿਲਾ ਗੁਣਜ ਹੀ ਰਹੇਗਾ ਜਿਹੜਾ ਸਾਂਝਾ ਹੈ 18। ਤਾਂ ਇਹ ਸੀ ਆਪਣੇ ਕੋਲੇ ਗੁਣਜ ਵਿਧੀ। ਆਪਾਂ 2 ਸੰਖਿਆਵਾਂ ਨਾਲ 3 ਸੰਖਿਆਵਾਂ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਸੰਬੰਧ ਵਿੱਚ ਐਕਸਰਸਾਈਜ਼ ਦੇ ਵਿੱਚ ਕੁਐਸਚਨ ਨੇ ਜਿਹੜੇ ਕਿ ਮੈਂ ਬਾਅਦ ਵਿੱਚ ਤੁਹਾਨੂੰ ਹੋਮਵਰਕ 'ਚ ਦਿਆਂਗਾ। ਤਾਂ ਗੁਣਜ ਵਿਧੀ ਇੱਥੇ ਹੀ ਆਪਣੀ ਖਤਮ ਹੁੰਦੀ ਹੈ। ਇਸ ਤੋਂ ਬਾਅਦ ਆਪਾਂ ਜਿਹੜੀ ਅਗਲੀ ਵਿਧੀ ਕਰਾਂਗੇ ਉਹ ਅਭਾਜ ਗੁਣਨਖੰਡ ਵਿਧੀ ਹੈ, ਤਾਂ ਉਸ ਨੂੰ ਦੇਖਦੇ ਹਾਂ। ਇਹ ਹੈ ਆਪਣੇ ਕੋਲ ਐਗਜ਼ਾਮਪਲ 8 ਅਤੇ 12 ਦਾ ਐਲਸੀਐਮ ਪਤਾ ਕਰੋ। ਤੇ 8 ਤੇ 12 ਦਾ ਆਪਾਂ ਹੁਣ ਐਲਸੀਐਮ ਪਤਾ ਕਰਨਾ ਹੈ। ਵਿਧੀ ਕਿਹੜੀ ਲਗਾਉਣੀ ਹੈ, ਅਭਾਜ ਗੁਣਨਖੰਡ ਵਿਧੀ, ਪ੍ਰਾਈਮ ਫੈਕਟਰ ਮੈਥਡ। ਤਾਂ ਦੇਖੋ ਪ੍ਰਾਈਮ ਫੈਕਟਰ ਮੈਥਡ ਦੀ ਮਦਦ ਨਾਲ ਆਪਾਂ ਇਹਦਾ ਜਿਹੜਾ ਹੈ ਉਹ ਐਲਸੀਐਮ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਦੇਖੋ ਜਿਵੇਂ ਕਿ ਵਿਧੀ ਦੇ ਨਾਂ ਤੋਂ ਹੀ ਆਪਾਂ ਨੂੰ ਪਤਾ ਲੱਗ ਰਿਹਾ ਹੈ,
ਮੈਥਡ ਦੇ ਨਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਦੇ ਆਪਾਂ ਨੂੰ ਅਭਾਜ ਗੁਣਨਖੰਡ ਬਣਾਉਣੇ ਪੈਣਗੇ। ਤਾਂ ਦੇਖੋ 8 ਦੇ ਅਭਾਜ ਗੁਣਨਖੰਡ ਆਪਾਂ ਬਣਾਉਣੇ ਹਨ। ਤਾਂ ਜਦੋਂ ਵੀ ਅਭਾਜ ਗੁਣਨਖੰਡ ਬਣਾਉਣੇ ਹੋਣ ਤਾਂ ਆਪਾਂ ਨੂੰ ਅਭਾਜ ਸੰਖਿਆਵਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ, ਜਿਹੜਾ ਕਿ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ। ਤਾਂ ਜਿਹੜੀ ਸਭ ਤੋਂ ਪਹਿਲੀ ਅਭਾਜ ਸੰਖਿਆ ਹੈ ਉਹ ਹੈ 2। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਹੈ ਕਿ ਜਿਹੜੀ ਸੰਖਿਆ ਹੈ ਉਹ 2 ਤੇ ਭਾਗ ਹੋ ਰਹੀ ਹੈ। ਤਾਂ 8 ਜਿਹੜੀ ਹੈ ਉਹ ਜਿਸਤ ਸੰਖਿਆ ਹੈ, ਇਹ 2 ਤੇ ਭਾਗ ਹੋ ਰਹੀ ਹੈ, ਇਸ ਲਈ ਆਪਾਂ ਇਸ ਨੂੰ 2 ਤੇ ਭਾਗ ਕਰ ਦਾਂਗੇ। ਤਾਂ 8 ਨੂੰ ਜਦੋਂ 2 ਤੇ ਭਾਗ ਕਰਾਂਗੇ ਤਾਂ ਕਿੰਨਾ ਆਏਗਾ? 4 ਆਏਗਾ। ਫਿਰ ਜਿਹੜਾ 4 ਹੈ ਇਹ ਵੀ 2 ਤੇ ਭਾਗ ਹੋ ਰਿਹਾ, ਤਾਂ ਕਿੰਨਾ ਆ ਗਿਆ? 4 ਨੂੰ ਜਦੋਂ 2 ਨਾਲ ਭਾਗ ਕਰਾਂਗੇ 2 ਆਏਗਾ। ਉਸ ਤੋਂ ਬਾਅਦ ਦੇਖੋ 2 ਜਿਹੜਾ ਹੈ ਉਹ 2 ਤੇ ਭਾਗ ਹੁੰਦਾ ਹੈ, ਤਾਂ ਇਹ ਇਹਦੇ ਕੀ ਬਣ ਗਏ? ਪ੍ਰਾਈਮ ਫੈਕਟਰ ਬਣ ਗਏ। ਪ੍ਰਾਈਮ ਫੈਕਟਰਾਈਜੇਸ਼ਨ ਜਿਹੜੀ ਹੈ ਉਹ ਆਪਾਂ ਇਹਨਾਂ ਦੀ ਕਰਤੀ। ਉਸ ਤੋਂ ਬਾਅਦ 12 ਦੇ ਫੈਕਟਰ ਕੀ ਬਣਨਗੇ? ਦੇਖੋ 12 ਜਿਹੜਾ ਹੈ ਜਿਸਤ ਸੰਖਿਆ ਹੈ, ਇਹ 2 ਤੇ ਭਾਗ ਹੋ ਜੂਗੀ। ਤਾਂ 2 ਤੇ ਜਦੋਂ ਮੈਂ ਭਾਗ ਕੀਤਾ ਇਸ ਨੂੰ ਕਿੰਨਾ ਉੱਤਰ ਆਇਆ? 6 ਆਇਆ। ਜਦੋਂ 6 ਨੂੰ 2 ਤੇ ਭਾਗ ਕਰਾਂਗਾ ਉੱਤਰ ਕਿੰਨਾ ਆਏਗਾ? 3 ਆਏਗਾ। ਉਸ ਤੋਂ ਬਾਅਦ 3 ਨੂੰ ਜਦੋਂ ਮੈਂ 3 ਤੇ ਭਾਗ ਕਰਾਂਗਾ ਉੱਤਰ ਕਿੰਨਾ ਆਏਗਾ? 1 ਆਏਗਾ। 3 ਜਿਹੜਾ ਹੈ ਉਹ 3 ਦੇ ਪਹਾੜੇ ਤੇ ਆਏਗਾ, 2 ਦੇ ਪਹਾੜੇ ਤੇ ਨਹੀਂ ਆਏਗਾ, ਇਸ ਲਈ ਆਪਾਂ 3 ਤੇ ਚਲਾਤਾ ਇਹਨੂੰ। ਤਾਂ ਤੁਸੀਂ ਦੇਖੋ ਕਿ ਜਿਹੜੇ ਆਪਣੇ 8 ਦੇ ਕੀ ਫੈਕਟਰ ਬਣੇ ਸੀ ਆਪਣੇ ਕੋਲੇ? 2 ਗੁਣਾ 2 ਗੁਣਾ 2। ਉਸ ਤੋਂ ਬਾਅਦ ਤੁਸੀਂ ਦੇਖੋ 12 ਦੇ ਕੀ ਫੈਕਟਰ ਬਣੇ ਹਨ ਆਪਣੇ ਕੋਲੇ? ਤਾਂ 12 ਦੇ ਫੈਕਟਰ ਬਣੇ ਹਨ 2 ਗੁਣਾ 2 ਗੁਣਾ 3। ਤਾਂ ਹੁਣ ਆਪਾਂ ਦੇਖੋ ਕੀ ਕਰਨਾ ਹੈ, ਇੱਥੇ ਥੋੜ੍ਹਾ ਜਿਹਾ ਤੁਸੀਂ ਯਾਦ ਰੱਖਣਾ ਹੈ। ਇੱਕ ਨਵੀਂ ਗੱਲ ਹੈ, ਜਦੋਂ ਆਪਾਂ HCF ਪਤਾ ਕਰਦੇ ਸੀ ਤਾਂ ਆਪਾਂ ਕੀ ਕਰਦੇ ਸੀ? ਇਹਨਾਂ ਦੇ ਸਾਂਝੇ ਗੁਣਨਖੰਡ ਲੈਂਦੇ ਸੀ। ਜਿਹੜੇ ਵੀ ਸਾਂਝੇ ਗੁਣਨਖੰਡ ਹੁੰਦੇ ਸੀ ਆਪਾਂ ਉਹਨਾਂ ਨੂੰ ਕੀ ਕਰ ਦਿੰਦੇ ਸੀ? ਗੁਣਾ ਕਰ ਦਿੰਦੇ ਸੀ। ਪਰ ਆਪਾਂ ਹੁਣ ਪਤਾ ਕਰ ਰਹੇ ਹਾਂ LCM ਦੇ ਵਿੱਚ ਸਾਨੂੰ ਜਿਹੜੀ ਅਭਾਜ ਗੁਣਨਖੰਡ ਵਿਧੀ ਹੈ, ਇਸ ਦੇ ਸਾਂਝੇ ਗੁਣਨਖੰਡਾਂ ਦੀ ਲੋੜ ਨਹੀਂ ਹੈ। ਆਪਾਂ ਇਸ ਨੂੰ ਕਿਵੇਂ ਪਤਾ ਕਰਨਾ ਹੈ, ਇਸ ਗੱਲ ਨੂੰ ਯਾਦ ਰੱਖਣਾ ਹੈ। ਤੁਸੀਂ ਧਿਆਨ ਨਾਲ ਦੇਖੋ, ਜਿੰਨੀਆਂ ਵੀ ਸੰਖਿਆਵਾਂ ਹੋਣ ਉਹਨਾਂ ਦੇ ਜਿਹੜੇ ਫੈਕਟਰਸ ਹੈ ਉਹ ਸਾਹਮਣੇ ਲਿਖੇ ਹੋਣਗੇ। ਤੁਸੀਂ ਇਹ ਦੇਖਣਾ ਹੈ ਕਿ ਜਿਵੇਂ 2 ਸੰਖਿਆਵਾਂ ਹਨ, 2 ਸੰਖਿਆਵਾਂ ਦੇ ਵਿੱਚ ਕਿਹੜੇ ਗੁਣਨਖੰਡ ਬਣ ਰਹੇ ਹਨ। ਇੱਕ ਤਾਂ ਦੇਖੋ 2 ਦਾ ਜ਼ਿਕਰ ਹੋ ਰਿਹਾ ਹੈ ਤੇ ਇੱਕ 3 ਦਾ ਜ਼ਿਕਰ ਹੋ ਰਿਹਾ ਹੈ। 2 ਤੇ 3 ਦਾ ਹੀ ਜ਼ਿਕਰ ਹੋ ਰਿਹਾ ਹੈ ਇਹਨਾਂ ਦੋਵੇਂ ਸੰਖਿਆਵਾਂ ਦੇ ਵਿੱਚ, ਹੋਰ ਕੋਈ ਵੀ ਸੰਖਿਆ ਦਾ ਜ਼ਿਕਰ ਨਹੀਂ ਹੋ ਰਿਹਾ। ਤਾਂ ਤੁਸੀਂ ਕੀ ਕਰਨਾ ਹੈ? ਤੁਸੀਂ ਇਹ ਦੇਖਣਾ ਹੈ ਜਿਹੜੀਆਂ ਵੀ ਸੰਖਿਆਵਾਂ ਦਾ ਜ਼ਿਕਰ ਹੋ ਰਿਹਾ ਹੈ ਉਹ ਸੰਖਿਆਵਾਂ ਵੱਧ ਤੋਂ ਵੱਧ ਕਿੰਨੀ ਵਾਰ ਆ ਰਹੀਆਂ ਹਨ। ਦੇਖੋ ਜਿਵੇਂ 2 ਹੈ, 2 ਜਿਹੜਾ ਹੈ ਉਹ ਵੱਧ ਤੋਂ ਵੱਧ 3 ਵਾਰ ਆ ਰਿਹਾ ਇਸ ਦੇ ਵਿੱਚ, ਤੇ 12 ਦੇ ਵਿੱਚ 2 ਜਿਹੜਾ ਹੈ ਉਹ 2 ਵਾਰ ਆ ਰਿਹਾ ਹੈ। ਤਾਂ 2 ਇੱਧਰ 3 ਵਾਰ ਆ ਰਿਹਾ ਹੈ, ਇੱਧਰ 2 ਵਾਰ ਆ ਰਿਹਾ ਹੈ। ਤਾਂ ਵੱਧ ਤੋਂ ਵੱਧ ਕਿੰਨੀ ਵਾਰ ਆ ਰਿਹਾ ਹੈ? 3 ਵਾਰ ਆ ਰਿਹਾ ਹੈ 2। ਤਾਂ ਆਪਾਂ ਜਿਹੜਾ ਵੀ ਵੱਧ ਤੋਂ ਵੱਧ ਆ ਰਿਹਾ ਹੈ ਉਸ ਨੂੰ ਲਵਾਂਗੇ। ਤਾਂ 2 ਜਿਹੜਾ ਹੈ ਉਹ 3 ਵਾਰ ਵੱਧ ਤੋਂ ਵੱਧ ਆ ਰਿਹਾ ਹੈ, ਤਾਂ ਆਪਾਂ 3 ਵਾਰ ਇਸ ਨੂੰ ਇੱਥੇ ਲਿਖ ਲਾਂਗੇ। ਉਸ ਤੋਂ ਬਾਅਦ ਅਗਲਾ ਫੈਕਟਰ ਹੈ 3। 3 ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਵਾਰ ਕਿੰਨੀ ਵਾਰੀ ਆ ਰਿਹਾ ਹੈ? ਤਾਂ ਦੇਖੋ 3 ਇੱਕ ਹੀ ਵਾਰ ਆ ਰਿਹਾ ਹੈ, ਉਹ ਵੀ 12 ਦੇ ਵਿੱਚ ਆ ਰਿਹਾ ਹੈ, 8 ਦੇ ਵਿੱਚ ਤਾਂ ਆ ਹੀ ਨਹੀਂ ਰਿਹਾ। ਠੀਕ ਹੈ, ਤਾਂ 8 ਦੇ ਵਿੱਚ ਆਪਾਂ ਇਹਦੀ ਗਿਣਤੀ 0 ਲਵਾਂਗੇ ਤੇ 12 ਦੇ ਵਿੱਚ ਇਹ 1 ਵਾਰ ਆ ਰਿਹਾ ਹੈ। ਤਾਂ ਆਪਾਂ ਕੀ ਕਰਾਂਗੇ? ਜਿਹੜਾ ਵੱਧ ਵਾਰ ਆ ਰਿਹਾ ਹੈ ਉਸ ਨੂੰ ਲੈਣੇ ਹਾਂ। 1 ਵਾਰ 3 ਆ ਰਿਹਾ ਹੈ ਤਾਂ 3 ਨੂੰ ਆਪਾਂ ਇੱਥੇ ਲੈ ਲਾਂਗੇ। ਠੀਕ ਹੈ ਜੀ। ਹੁਣ ਆਪਾਂ ਇਹਨਾਂ ਦੀ ਕੀ ਕਰ ਦਾਂਗੇ? ਮਲਟੀਪਲਾਈ ਕਰ ਦਾਂਗੇ। ਮਲਟੀਪਲਾਈ ਕਰਾਂਗੇ ਤਾਂ 2 ਦੂਣੀ 4, 4 ਦੂਣੀ 8, 8 ਤੀਆ 24। ਤਾਂ ਜਿਹੜਾ 8 ਤੇ 12 ਦਾ ਜਿਹੜਾ LCM ਆ ਗਿਆ ਉਹ ਕਿੰਨਾ ਆ ਗਿਆ? 24 ਆ ਗਿਆ। ਤਾਂ ਹੋ ਸਕਦਾ ਹੈ ਕਿ ਤੁਹਾਨੂੰ ਇਸ ਨੂੰ ਸਮਝਣ ਲੱਗਿਆ ਥੋੜੀ ਜਿਹੀ ਪਰੇਸ਼ਾਨੀ ਹੋਈ ਹੋਵੇ, ਪਰ ਜਦੋਂ ਆਪਾਂ ਇਸ ਦੀ ਇੱਕ ਐਗਜ਼ਾਮਪਲ ਹੋਰ ਲਵਾਂਗੇ ਜਿੰਦੇ ਵਿੱਚ 3 ਸੰਖਿਆਵਾਂ ਹੋਣਗੀਆਂ ਤਾਂ ਉਸ ਨੂੰ ਜਦੋਂ ਤੁਸੀਂ ਸਮਝੋਗੇ ਤਾਂ ਬੜੀ ਆਸਾਨੀ ਨਾਲ, ਵਧੀਆ ਤਰੀਕੇ ਨਾਲ ਤੁਹਾਨੂੰ ਉਹ ਚੀਜ਼ ਸਮਝ ਆਊਗੀ। ਤਾਂ ਆਪਾਂ 3 ਸੰਖਿਆਵਾਂ ਲੈ ਕੇ LCM ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਭਾਜ ਗੁਣਨਖੰਡ ਵਿਧੀ ਨਾਲ। ਇਹ 3 ਸੰਖਿਆਵਾਂ ਹਨ 20, 24 ਅਤੇ 90। ਆਪਾਂ ਇਹਨਾਂ ਦਾ LCM ਪਤਾ ਕਰਨਾ ਹੈ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ ਇਸ ਦੇ ਪ੍ਰਾਈਮ ਫੈਕਟਰਾਈਜੇਸ਼ਨ ਕਰਾਂਗੇ। ਤਾਂ ਇਹ ਨੇ 90 ਦੇ ਫੈਕਟਰ, ਇਹ 24 ਦੇ, ਇਹ 20 ਦੇ। ਤਾਂ ਆਪਾਂ ਇਹਨਾਂ ਨੂੰ ਇਸ ਪਾਸੇ ਨੂੰ ਲਿਖਾਂਗੇ। ਤਾਂ ਦੇਖੋ ਸਭ ਤੋਂ ਪਹਿਲਾਂ ਆਪਾਂ 20 ਦੀ ਫੈਕਟਰਾਈਜੇਸ਼ਨ ਕੀਤੀ ਸੀ। ਤਾਂ 20 ਦੇ ਫੈਕਟਰ ਕੀ ਬਣੇ ਸੀ? 2, 2 ਤੇ ਉਸ ਤੋਂ ਬਾਅਦ ਸੀ 5। 2 ਦੂਣੀ 4, 4 5 20। ਨਾਲ ਦੀ ਨਾਲ ਚੈੱਕ ਵੀ ਕਰ ਲੈਣਾ। ਉਸ ਤੋਂ ਬਾਅਦ ਦੇਖੋ ਅਗਲੇ ਜਿਹੜੇ ਫੈਕਟਰ ਬਣਾਏ ਸੀ ਆਪਾਂ 24 ਦੇ। ਤਾਂ 24 ਦੇ ਕੀ ਫੈਕਟਰ ਬਣਾਏ ਸੀ ਆਪਾਂ? 2, 2, 2 ਤੇ 3। ਤਾਂ ਚੈੱਕ ਕਰੋ। 2 ਦੂਣੀ 4, 4 ਦੂਣੀ 8, 8 ਤੀਆ 24। ਉਸ ਤੋਂ ਬਾਅਦ ਦੇਖੋ 90 ਦੇ ਕੀ ਫੈਕਟਰ ਬਣਾਏ ਹਨ ਆਪਾਂ? ਤਾਂ 90 ਦੇ ਫੈਕਟਰ ਬਣਾਏ ਹਨ 2 ਗੁਣਾ 3 ਗੁਣਾ 3 ਗੁਣਾ 5। ਚੈੱਕ ਕਰੋ। 2 ਤੀਏ 6, 6 ਤੀਏ 18, 18 5 90। ਤਾਂ ਇਹ ਆਪਣੇ ਕੋਲੇ ਤਿੰਨੇ ਸੰਖਿਆਵਾਂ ਦੇ ਜਿਹੜੇ ਹਨ
ਉਹ ਫੈਕਟਰ ਆ ਗਏ। ਹੁਣ ਆਪਾਂ LCM ਪਤਾ ਕਰਨਾ ਹੈ। ਹੁਣ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸਮਝਣਾ ਹੈ। ਮੈਂ ਜਿਹੜੀ ਗੱਲ ਕਹਿਣ ਜਾ ਰਿਹਾ ਹਾਂ, ਜਿਹੜੀ ਪਿਛਲੇ ਕੁਐਸਚਨ ਦੇ ਵਿੱਚ ਵੀ ਆਪਾਂ ਕੀਤੀ ਸੀ, ਉਹ ਕੁਐਸਚਨ ਛੋਟਾ ਸੀ, ਉਹਦੇ ਵਿੱਚ ਇਹ ਗੱਲ ਤੁਹਾਨੂੰ ਸ਼ਾਇਦ ਸਮਝ ਨਾ ਆਈ ਹੋਵੇ। ਹੁਣ ਦੇਖੋ ਕੀ ਹੈ, ਤਾਂ ਤੁਸੀਂ ਤਿੰਨਾਂ ਹੀ ਸੰਖਿਆਵਾਂ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਇਹ ਨਜ਼ਰ ਮਾਰਨੀ ਹੈ ਕਿ ਕਿਹੜੇ-ਕਿਹੜੇ ਜਿਹੜੇ ਹਨ ਉਹ ਗੁਣਨਖੰਡ ਬਣ ਰਹੇ ਹਨ ਸੰਖਿਆਵਾਂ ਦੇ, ਕਿਹੜੇ-ਕਿਹੜੇ ਗੁਣਨਖੰਡਾਂ ਦਾ ਜ਼ਿਕਰ ਹੋ ਰਿਹਾ ਹੈ ਇਹਨਾਂ ਤਿੰਨੇ ਹੀ ਸੰਖਿਆਵਾਂ ਦੇ ਵਿੱਚ। ਤਾਂ ਦੇਖੋ ਇੱਕ ਤਾਂ ਤਿੰਨੇ ਸੰਖਿਆਵਾਂ ਵਿੱਚ 2 ਦਾ ਜ਼ਿਕਰ ਹੋ ਰਿਹਾ ਹੈ, ਠੀਕ ਹੈ। ਉਸ ਤੋਂ ਬਾਅਦ ਤਿੰਨਾਂ ਸੰਖਿਆਵਾਂ 'ਚ ਨਜ਼ਰ ਮਾਰੀਏ ਤਾਂ 3 ਦਾ ਜ਼ਿਕਰ ਵੀ ਹੋ ਰਿਹਾ ਹੈ, 2 ਦਾ ਜ਼ਿਕਰ ਹੋ ਰਿਹਾ ਹੈ, 3 ਦਾ ਜ਼ਿਕਰ ਹੋ ਰਿਹਾ ਹੈ, ਉਸ ਤੋਂ ਇਲਾਵਾ 5 ਦਾ ਜ਼ਿਕਰ ਹੋ ਰਿਹਾ ਹੈ। ਤਾਂ 3 ਇਹੋ ਜਿਹੀਆਂ ਸੰਖਿਆਵਾਂ ਹਨ ਜਿਨ੍ਹਾਂ ਦਾ ਜ਼ਿਕਰ ਇਸ ਫੈਕਟਰਾਈਜੇਸ਼ਨ ਦੇ ਵਿੱਚ ਕੀਤਾ ਗਿਆ ਹੈ। ਉਹ ਕਿਹੜੀਆਂ-ਕਿਹੜੀਆਂ ਹਨ? 2, 3 ਅਤੇ 5। ਹੁਣ ਆਪਾਂ ਕਰਨਾ ਕੀ ਹੈ? ਆਪਾਂ ਕੀ ਕਰਨਾ ਹੈ, ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਦੇਖਣਾ ਕਿ ਸਭ ਤੋਂ ਪਹਿਲਾ ਜਿਹੜਾ ਗੁਣਨਖੰਡ ਹੈ 2, ਉਸ ਦਾ ਜ਼ਿਕਰ ਵੱਧ ਤੋਂ ਵੱਧ ਕਿੰਨੀ ਵਾਰ ਹੋ ਰਿਹਾ ਹੈ। ਤਾਂ ਦੇਖੋ 20 ਦੇ ਵਿੱਚ ਇਸ ਦਾ 2 ਦਾ ਜ਼ਿਕਰ 2 ਵਾਰ ਹੋ ਰਿਹਾ ਹੈ, 24 ਦੇ ਵਿੱਚ 2 ਦਾ ਜ਼ਿਕਰ 3 ਵਾਰ ਹੋ ਰਿਹਾ ਹੈ, ਤੇ 90 ਦੇ ਵਿੱਚ 2 ਦਾ ਜ਼ਿਕਰ ਕੇਵਲ 1 ਵਾਰ ਹੋ ਰਿਹਾ ਹੈ। ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਵੱਧ ਤੋਂ ਵੱਧ ਜਿਹੜਾ ਜ਼ਿਕਰ ਹੋ ਰਿਹਾ ਹੈ ਉਹਨੂੰ ਆਪਾਂ LCM ਦੇ ਵਿੱਚ ਸ਼ਾਮਲ ਕਰਾਂਗੇ। ਤਾਂ ਵੱਧ ਤੋਂ ਵੱਧ ਵੇਖੋ 2 ਦਾ ਜ਼ਿਕਰ 3 ਵਾਰ ਹੋ ਰਿਹਾ ਹੈ, 1 2 3, ਤਾਂ ਤੁਸੀਂ ਇਸ ਨੂੰ 3 ਵਾਰ LCM ਦੇ ਵਿੱਚ ਲਿਖ ਲਓਗੇ, ਠੀਕ ਹੈ ਜੀ। ਚਲੋ ਜੀ, 2 ਦੀ ਕਹਾਣੀ ਆਪਣੇ ਕੋਲੇ ਖਤਮ ਹੋਈ। ਉਸ ਤੋਂ ਬਾਅਦ ਆਪਾਂ ਚੱਕਦੇ ਹਾਂ 3 ਨੂੰ। 3 ਨੂੰ ਦੇਖੋ 20 ਦੇ ਵਿੱਚ 3 ਦਾ ਜ਼ਿਕਰ ਨਹੀਂ ਹੋ ਰਿਹਾ, ਮਤਲਬ 0 ਵਾਰ ਜ਼ਿਕਰ ਹੋ ਰਿਹਾ ਹੈ। 24 ਦੇ ਵਿੱਚ 3 ਦਾ ਜ਼ਿਕਰ 1 ਵਾਰ ਹੋ ਰਿਹਾ ਹੈ, ਤੇ 90 ਦੇ ਵਿੱਚ 3 ਦਾ ਜ਼ਿਕਰ 2 ਵਾਰ ਹੋ ਰਿਹਾ ਹੈ। ਤਾਂ ਵੱਧ ਤੋਂ ਵੱਧ ਇਸ ਦਾ ਜ਼ਿਕਰ 2 ਵਾਰ ਹੋ ਰਿਹਾ ਹੈ। ਤਾਂ ਆਪਾਂ ਜਿਹੜਾ ਜ਼ਿਕਰ ਵੱਧ ਤੋਂ ਵੱਧ ਹੋ ਰਿਹਾ ਹੈ ਉਹਨੂੰ ਲਵਾਂਗੇ, ਤਾਂ 3 ਨੂੰ ਆਪਾਂ 2 ਵਾਰ ਲੈ ਲਾਂਗੇ, ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਅਗਲਾ ਆਪਣਾ ਫੈਕਟਰ ਸੀ 5। 5 ਦਾ ਜ਼ਿਕਰ ਦੇਖੋ ਵੱਧ ਤੋਂ ਵੱਧ ਕਿੰਨੀ ਵਾਰ ਹੋ ਰਿਹਾ ਹੈ? 20 ਦੇ ਵਿੱਚ 1 ਵਾਰ ਹੋ ਰਿਹਾ ਹੈ, 24 ਦੇ ਵਿੱਚ ਨਹੀਂ ਹੋ ਰਿਹਾ, 90 ਦੇ ਵਿੱਚ ਵੀ 1 ਹੀ ਵਾਰ ਹੋ ਰਿਹਾ ਹੈ। ਤਾਂ ਵੱਧ ਤੋਂ ਵੱਧ 1 ਹੀ ਵਾਰ ਹੋ ਰਿਹਾ ਹੈ, ਤਾਂ 5 ਨੂੰ ਆਪਾਂ ਸਿਰਫ 1 ਵਾਰ ਹੀ ਲਵਾਂਗੇ। ਤਾਂ ਜਦੋਂ ਆਪਾਂ 5 ਨਾਲ ਹੋਰ ਮਲਟੀਪਲਾਈ ਇਸ ਨੂੰ ਕਰ ਦਿਆਂਗੇ, ਠੀਕ ਹੈ ਜੀ। ਤਾਂ ਇਹ ਆਪਣੇ ਜਿਹੜੇ ਹੈ ਉਹ ਫੈਕਟਰਾਂ ਦੀ ਆਪਾਂ ਗੱਲਬਾਤ ਕਰ ਲਈ। ਹੁਣ ਜਿਹੜੇ ਵੀ ਫੈਕਟਰ ਆਪਣੇ ਕੋਲ ਆਏ ਹਨ ਆਪਾਂ ਉਹਨਾਂ ਨੂੰ ਕੀ ਕਰ ਦਾਂਗੇ? ਮਲਟੀਪਲਾਈ ਕਰ ਦਾਂਗੇ, ਆਪਣਾ LCM ਆ ਜਾਏਗਾ। ਤਾਂ 2 ਦੂਣੀ 4, 4 ਦੂਣੀ 8, 8 ਤੀਆ 24, ਠੀਕ ਹੈ ਜੀ। 24 5 120, ਠੀਕ ਹੈ ਨਾ। ਹੁਣ ਮੈਂ ਦੇਖੋ ਗੁਣਾ ਕਿਵੇਂ ਕੀਤੀ ਹੈ, ਗੁਣਾ ਨੂੰ ਆਸਾਨ ਕਿਵੇਂ ਬਣਾਉਣਾ ਹੈ ਆਪਾਂ। 24 5 120, 120 ਨੂੰ ਜਦੋਂ ਮੈਂ 12 ਨਾਲ ਗੁਣਾ ਕਰਾਂਗਾ ਤਾਂ 12 ਤੀਆ 36, ਯਾਨੀ ਕਿ 360 ਆ ਜਾਏਗਾ, ਠੀਕ ਹੈ ਜੀ। ਆਪਾਂ ਇਸ ਨੂੰ ਹੋਰ ਤਰੀਕੇ ਨਾਲ ਵੀ ਕਰ ਸਕਦੇ ਹਾਂ। ਦੇਖੋ 5 ਦੂਣੀ 10 ਹੁੰਦਾ ਹੈ ਨਾ, 5 ਦੂਣੀ 10, ਬਸ 10 ਨੂੰ 10 ਬਣਾ, ਇੱਥੇ 10 ਛੱਡ ਦਿਓ, ਬਾਕੀਆਂ ਨੂੰ ਗੁਣਾ ਕਰ ਲਓ। 3 ਤੀਏ 9, 9 ਦੂਣੀ 18, 18 ਦੂਣਾ 36। ਹੁਣ 36 ਆ ਗਿਆ, ਇਹਨਾਂ ਨੂੰ ਗੁਣਾ ਕਰਕੇ ਕਿੰਨਾ ਆਇਆ? 36। ਇਹਨਾਂ ਚਾਰਾਂ ਨੂੰ ਮਲਟੀਪਲਾਈ ਕਰਕੇ ਕੀ ਆਇਆ? 36 ਆ ਗਿਆ। ਤਾਂ ਜਦੋਂ ਆਪਾਂ 36 ਨੂੰ ਆ ਜਿਹੜੇ 10 ਬਣੇ ਸੀ 10 ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਬਣ ਜਾਏਗਾ? 36 ਦਾ ਆ 360। ਤਾਂ ਇਸ ਤਰੀਕੇ ਨਾਲ ਤੁਸੀਂ ਗੁਣਾ ਨੂੰ ਆਸਾਨ ਬਣਾਉਣਾ ਹੈ, ਮੁਸ਼ਕਿਲ ਨਹੀਂ ਬਣਾਉਣਾ। ਜੇਕਰ ਤੁਸੀਂ ਇਸ ਤਰ੍ਹਾਂ ਇਸ ਦੀ ਗੁਣਾ ਕਰੋਗੇ 2 ਦੂਣੀ 4, 4 ਦੂਣੀ 8, 8 ਤੀਆ 24, 24 ਤੀਆ 72 ਤੇ 72 5 ਤਾਂ 72 5 ਤੁਹਾਡੇ ਲਈ ਕੱਢਣਾ ਬਹੁਤ ਮੁਸ਼ਕਿਲ ਹੋ ਜਾਏਗਾ, ਤੁਹਾਨੂੰ ਗੁਣਾ ਕਰਕੇ ਦੇਖਣੀ ਪਏਗੀ। ਇਸ ਲਈ ਦੇਖੋ ਆਪਾਂ ਨੂੰ ਪਤਾ ਹੈ ਸੰਖਿਆ ਦੇ ਵਿੱਚ ਅਗਰ 5 ਆ ਜੇ 2 ਆ ਜੇ ਤਾਂ ਸਭ ਤੋਂ ਪਹਿਲਾਂ ਆਪਾਂ ਉਸ ਦੀ ਮਲਟੀਪਲਾਈ ਕਰ ਦਾਂਗੇ। ਹੁਣ ਜਦੋਂ ਬਾਕੀਆਂ ਨੂੰ ਮਲਟੀਪਲਾਈ ਕਰਾਂਗੇ ਤਾਂ ਉਸ ਨਾਲ ਮਲਟੀਪਲਾਈ ਕਰਨੀ ਆਸਾਨ ਹੋ ਜਾਏਗੀ। ਕਿਵੇਂ? 3 ਤੀਏ 9, 9 ਦੂਣੀ 18, 18 ਦੂਣਾ 36, 36 ਨੂੰ ਆਪਾਂ ਕੀ ਕਰਾਂਗੇ? 5 ਦੂਣੀ 10, 10 ਨਾਲ ਮਲਟੀਪਲਾਈ ਕਰ ਦਾਂਗੇ ਤਾਂ 360 ਹੈ ਉਹ ਆਪਣੇ ਕੋਲੇ ਆਨਸਰ ਆ ਜਾਏਗਾ। ਤਾਂ 20 24 ਤੇ 90 ਦਾ ਜਿਹੜਾ LCM ਆ ਗਿਆ ਉਹ ਕਿੰਨਾ ਆ ਗਿਆ? 360 ਆ ਗਿਆ। ਹੁਣ ਆਪਾਂ ਗੱਲ ਕਰਾਂਗੇ ਅੱਜ ਦੇ ਹੋਮਵਰਕ ਦੀ। ਐਕਸਰਸਾਈਜ਼ 3.3। ਤਾਂ ਐਕਸਰਸਾਈਜ਼ 3.3 ਦੇਖੋ, ਉਹਦੇ ਵਿੱਚ ਪਹਿਲਾ ਕੁਐਸਚਨ, ਦੂਸਰਾ ਕੁਐਸਚਨ ਤੇ ਤੀਸਰਾ ਕੁਐਸਚਨ। ਜਿਹੜੇ ਪਹਿਲੇ 3 ਕੁਐਸਚਨ ਹਨ ਉਹਨਾਂ ਨੂੰ ਤੁਸੀਂ ਬੜੀ ਆਸਾਨੀ ਨਾਲ ਕਰ ਸਕਦੇ ਹੋ, ਕਿਉਂਕਿ ਜਿਹੜੀਆਂ ਵੀ ਮੈਂ 2 ਵਿਧੀਆਂ ਕਰਾਈਆਂ ਹਨ ਉਹ ਦੋਵੇਂ ਵਿਧੀਆਂ ਨਾਲ ਹੋਣ ਵਾਲੇ ਕੁਐਸਚਨ ਹਨ। ਉਸ ਤੋਂ ਜਿਹੜੀ ਅਗਲੀ ਵਿਧੀ ਹੈ ਉਹ ਚੌਥੇ ਕੁਐਸਚਨ ਦੇ ਵਿੱਚ ਅਪਲਾਈ ਹੁੰਦੀ ਹੈ। ਤਾਂ ਪਹਿਲੇ ਜਿਹੜੇ 3 ਕੁਐਸਚਨ ਹਨ ਐਕਸਰਸਾਈਜ਼ 3.3 ਦੇ, ਇਹਨਾਂ ਨੂੰ ਤੁਸੀਂ ਸਾਰਿਆਂ ਨੂੰ ਕਾਪੀਜ਼ ਦੇ ਉੱਤੇ ਕਰਨਾ ਹੈ। ਤਾਂ ਅੱਜ ਲਈ ਸਿਰਫ ਇੰਨਾ ਹੀ, ਤੇ ਅਗਲੇ ਕੁਐਸਚਨਾਂ ਦੇ ਲਈ, ਅਗਲੇ ਐਕਸਰਸਾਈਜ਼ ਦੇ ਲਈ ਆਪਾਂ ਜਿਹੜਾ ਹੈ ਉਹ ਨੈਕਸਟ ਵੀਡੀਓ 'ਚ ਮਿਲਾਂਗੇ। ਤਾਂ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।